ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਵਿਚਾਰ ਕਰਦਿਆਂ ਹੋਇਆਂ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਸੰਤ ਜੀ ਮਹਾਰਾਜ ਨੇ ਇਹ ਫਰਮਾਇਆ ਕਿ ਕੇਵਲ ਕੈਦ ਹੋਣਾ ਅਤੇ ਪੰਥਕ ਸਿਆਸੀ ਸੇਵਾ ਕਰਨੀ ਧਾਰਮਿਕ ਨਹੀਂ ਹੈ। ਧਾਰਮਿਕ ਉਹ ਕੰਮ ਹੈ ਜਿਸ ਨਾਲ ਆਤਮ ਪਦ ਦੀ ਪ੍ਰਾਪਤੀ ਹੋਵੇ। ਨਾਮ ਬਾਣੀ ਅਤੇ ਹਰੀ ਕੀਰਤਨ ਨੂੰ ਇਸ ਪਦ ਦੀ ਪ੍ਰਾਪਤੀ ਦਾ ਜ਼ਰੂਰੀ ਸਾਧਨ ਦੱਸਦੇ ਸੀ। ਜਦ ਅਖੰਡ ਪਾਠ ਦੇ ਭੋਗ ਪੈ ਗਏ ਅਤੇ ਜੈਤੋਂ ਦੇ ਸਮਾਗਮ ਦੀ ਸਮਾਪਤੀ ਹੋਈ, ਤਦ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸੰਤ ਜੀ ਮਹਾਰਾਜ ਨੂੰ ਸਿਰੋਪਾ ਦੇ ਕੇ ਬੜੇ ਸਨਮਾਨ ਨਾਲ ਵਿਦਾ ਕੀਤਾ। ਸਰਦਾਰ ਮੰਗਲ ਸਿੰਘ ਦੇ ਇਸ ਪ੍ਰੇਮ ਭਰੇ ਬਿਆਨ ਤੋਂ ਛੁੱਟ ਜੈਤੋਂ ਵਿਖੇ ਕਈ ਹੋਰ ਕੁਦਰਤੀ ਕੌਤਕ ਵਰਤੇ। ਜਿਸ ਵਕਤ ਸੰਤ ਜੀ ਮਹਾਰਾਜ ਪੁੱਜੇ ਤਾਂ ਗਰਮੀ ਬੜੀ ਸਖਤ ਸੀ। ਸੰਗਤਾਂ ਦੀ ਬੇਅੰਤ ਭੀੜ ਕਰਕੇ ਜਲ ਵੱਲੋਂ ਵੀ ਬੜੀ ਤਕਲੀਫ ਸੀ। ਸੰਗਤ ਨੇ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਰਤਾਰ ਦੀ ਦਰਗਾਹ ਵਿੱਚ ਮੀਂਹ ਵਸਣ ਦੀ ਮੰਗ ਕਰੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਰੇ ਮਿਲ ਕੇ ਅਰਦਾਸ ਕਰੀਏ, ਕਰਤਾਰ ਜ਼ਰੂਰ ਬੇਨਤੀ ਸੁਣੇਗਾ। ਉਸੇ ਵੇਲੇ ਅਰਦਾਸਾ ਕੀਤਾ ਗਿਆ ਅਤੇ ਸਾਧ ਸੰਗਤ ਫਿਰ ਦੀਵਾਨ ਵਿੱਚ ਸੱਜ ਗਈ। ਸੰਤ ਜੀ ਮਹਾਰਾਜ ਨੇ ਬੜੀ ਉੱਚੀ ਪ੍ਰੇਮ ਅਤੇ ਬੇਨਤੀ ਭਰੀ ਆਵਾਜ਼ ਵਿੱਚ ਇਹ ਸ਼ਬਦ ਪੜ੍ਹਿਆ ਅਤੇ ਇਸ ਧਾਰਨਾ ਵਿੱਚ ਪੜ੍ਹਾਇਆ, ਤੁਸੀਂ ਬਰਸੋ ਕਿਰਪਾ ਧਾਰ ਜੀ, ਤੁਸੀਂ ਬਰਸੋ ਜੀ। ਅੱਗੇ ਅੱਗੇ ਸੰਤ ਜੀ ਮਹਾਰਾਜ ਪੜ੍ਹਦੇ ਅਤੇ ਪਿੱਛੇ ਪਿੱਛੇ ਸਾਰੀ ਸੰਗਤ। ਆਕਾਸ਼ ਵਿੱਚ ਇਹ ਬੇਨਤੀ ਅਤੇ ਪ੍ਰੇਮ ਭਰੀ ਘਨ ਘੋਰ ਭਰਪੂਰ ਹੋ ਗਈ ਅਤੇ ਸਿੱਧੀ ਕਰਤਾਰ ਦੀ ਦਰਗਾਹ ਵਿੱਚ ਪੁੱਜੀ। ਥੋੜ੍ਹੇ ਹੀ ਚਿਰ ਮਗਰੋਂ ਇੰਨੇ ਜ਼ੋਰ ਦਾ ਮੀਂਹ ਲੱਥਾ ਕਿ ਟੋਏ ਟਿੱਬੇ ਇੱਕ ਹੋ ਗਏ। ਖੂਬ ਠੰਡ ਪੈ ਗਈ ਅਤੇ ਸੰਗਤਾਂ ਨੂੰ ਚਾਰ ਚੁਫੇਰੇ ਇਸ਼ਨਾਨ ਪਾਣ ਵਾਸਤੇ ਜਲ ਮਿਲ ਗਿਆ। ਇੱਕ ਦਿਨ ਜਦ ਦੀਵਾਨ ਦਾ ਅਰਦਾਸਾ ਹੋਣ ਲੱਗਾ, ਤਦ ਇੱਕ ਅਕਾਲੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮਿਆਨ ਵਿੱਚੋਂ ਸ੍ਰੀ ਸਾਹਿਬ ਕੱਢਣ ਲੱਗਾ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਦੀਨ ਦੁਨੀਆ ਦੇ ਵਾਲੀ ਅੱਗੇ ਤਾਂ ਹੱਥ ਜੋੜ ਕੇ ਬੇਨਤੀ ਹੀ ਠੀਕ ਹੈ। ਤਲਵਾਰ ਨੰਗੀ ਕਰਕੇ ਸਾਹਮਣੇ ਕਰਨਾ ਸੱਚੇ ਪਾਤਸ਼ਾਹ ਦੀ ਬੇਅਦਬੀ ਹੈ। ਪਰ ਪ੍ਰੇਮੀ ਨਾ ਮੁੜਿਆ ਅਤੇ ਤਲਵਾਰ ਖਿੱਚਣ ਲੱਗ ਪਿਆ। ਕਰਤਾਰ ਦੀ ਨੇਤ ਕੋਈ ਐਸਾ ਕਾਰਨ ਬਣਿਆ ਕਿ ਤਲਵਾਰ ਮਿਆਨ ਵਿੱਚ ਹੀ ਫਸ ਗਈ ਅਤੇ ਇਸ ਵਿੱਚੋਂ ਬਾਹਰ ਨਾ ਨਿਕਲੀ। ਅਰਦਾਸਾ ਹੱਥ ਜੋੜ ਕੇ ਹੀ ਹੋਇਆ। ਜਦ ਜੈਤੋਂ ਤੋਂ ਸੰਗਤਾਂ ਚਾਲੇ ਪਾਉਣ ਲੱਗੀਆਂ ਤਾਂ ਇਹ ਗੁਰਮਤਾ ਹੋਇਆ ਕਿ ਪਹਿਲਾਂ ਅਕਾਲੀ ਜਥੇ ਤਰਨਤਾਰਨ ਸਾਹਿਬ ਪੁੱਜਣ ਅਤੇ ਉੱਥੋਂ ਪੈਦਲ ਜਲੂਸ ਦੀ ਸ਼ਕਲ ਵਿੱਚ ਅੰਮ੍ਰਿਤਸਰ ਸਾਹਿਬ ਜਾ ਕੇ ਅਕਾਲ ਤਖਤ ਦੀ ਹਾਜ਼ਰੀ ਭਰਨ। ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਹਰਿਮੰਦਰ ਸਾਹਿਬ ਵਿੱਚ ਕੀਰਤਨ ਦਾ ਰੰਗ ਮਾਣ ਘਰੋਂ ਕਰੀ ਜਾਣ। ਬਹੁਤ ਸਾਰੀ ਸੰਗਤ ਵੀ ਨਾਲ ਜਾਣ ਵਾਸਤੇ ਤਿਆਰ ਹੋ ਗਈ ਅਤੇ ਕਈ ਗੁਰਮੁਖਾਂ ਦੀ ਪ੍ਰੇਰਨਾ ਕਰਨ ਤੇ ਸੰਤ ਜੀ ਮਹਾਰਾਜ ਵੀ ਸਪੈਸ਼ਲ ਗੱਡੀ ਤੇ ਕਈ ਜਥਿਆਂ ਅਤੇ ਸੰਗਤ ਸਮੇਤ ਤਰਨਤਾਰਨ ਸਾਹਿਬ ਪੁੱਜੇ। ਪਿੱਛੋਂ ਹੋਰ ਕਈ ਗੱਡੀਆਂ ਆਈਆਂ ਅਤੇ ਤਰਨਤਾਰਨ ਦੇ ਸਰੋਵਰ ਦੀ ਪਰਿਕਰਮਾ ਵਿੱਚ ਤਿਲ ਧਰਨ ਦੀ ਥਾਂ ਨਾ ਰਹੀ। ਹਰਿਮੰਦਰ ਸਾਹਿਬ ਤੋਂ ਖੱਬੇ ਪਾਸੇ ਦੀ ਬਾਹੀ ਵੱਲ ਇੱਕ ਵੱਡੇ ਬੋਹੜ ਹੇਠ ਸੰਤ ਜੀ ਮਹਾਰਾਜ ਦੇ ਦੀਵਾਨ ਸਵੇਰ ਸ਼ਾਮ ਸੱਜੇ। ਸਵੇਰ ਦੇ ਦੀਵਾਨ ਦੇ ਮਗਰੋਂ ਸੰਤ ਹਰਿਮੰਦਰ ਸਾਹਿਬ ਵੱਲ ਦਰਸ਼ਨ ਕਰਨ ਲਈ ਆ ਰਹੇ ਸਨ। ਇੱਕ ਪ੍ਰੇਮੀ ਨੇ ਧੁੱਪ ਦੇਖ ਸੰਤ ਜੀ ਮਹਾਰਾਜ ਦੇ ਸਾਹਮਣੇ ਛਤਰੀ ਤਾਣ ਲਈ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਓਲਾ ਨਾ ਕਰੋ, ਦਰਸ਼ਨ ਮੇਲਾ ਹੋਣ ਦਿਓ। ਫਿਰ ਪਤਾ ਨਹੀਂ ਕਿ ਇਹ ਦਰਸ਼ਨ ਹੋਣੇ ਵੀ ਹੈ ਕਿ ਨਹੀਂ। ਤਰਨਤਾਰਨ ਸਾਹਿਬ ਤੋਂ ਸੰਤ ਜੀ ਸਾਧ ਸੰਗਤ ਨਾਲ ਅੰਮ੍ਰਿਤਸਰ ਪੁੱਜੇ। ਦਾਸ ਵੀ ਨਾਲ ਆਇਆ। ਸੰਤ ਜੀ ਮਹਾਰਾਜ ਦਾ ਡੇਰਾ ਖਾਲਸਾ ਕਾਲਜ ਵਿੱਚ ਹੋਇਆ। ਦੀਵਾਨ ਦੇ ਮਗਰੋਂ ਸੰਤ ਪ੍ਰੋਫੈਸਰ ਰਾਮ ਸਿੰਘ ਦੇ ਕੁਆਟਰ ਅੱਗੇ ਪਲੰਘ ਤੇ ਸੱਜ ਜਾਂਦੇ ਅਤੇ ਕਾਲਜ ਦੇ ਸ਼ਰਧਾਲੂ ਪ੍ਰੋਫੈਸਰ ਤੇ ਹੋਰ ਪ੍ਰੇਮੀ ਦੀਨ ਦੁਨੀਆ ਦੇ ਕਈ ਉੱਚ ਨੁਕਤੇ ਹੱਲ ਕਰਵਾਉਂਦੇ। ਅੰਮ੍ਰਿਤਸਰ ਤੋਂ ਸੰਤ ਜੀ ਮਹਾਰਾਜ ਦਮਦਮੇ ਸਾਹਿਬ ਵੱਲ ਚਲੇ ਗਏ ਅਤੇ ਸੰਤ ਤੇਜਾ ਸਿੰਘ ਜੀ ਗੁਜਰਾਂਵਾਲੇ ਕਾਲਜ ਦੀ ਸੇਵਾ ਵਿੱਚ ਹਾਜ਼ਰ ਹੋਏ। ਗੰਗਸਰ ਜੈਤੋਂ ਅਖੰਡ ਪਾਠਾਂ ਦੇ ਭੋਗ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਨਾਲ ਜਦੋਂ ਮੇਲ ਹੋਇਆ ਤਾਂ ਸੰਤ ਜੀ ਮਹਾਰਾਜ ਨੇ ਬਚਨ ਕੀਤੇ, ਗਿਆਨੀ ਸਿੰਘ ਜੀ ਸਾਰੇ ਹੁਣ ਜ਼ੋਰ ਦਿੰਦੇ ਹਨ ਕਿ ਪੰਥ ਜਥੇਬੰਦ ਹੋਵੇ।
ਜੇ ਪਹਿਲਾਂ ਸਾਰੀ ਜਥੇਬੰਦੀ ਸਿਮਰਨ ਭਜਨ ਦੇ ਆਸਰੇ ਪੱਕੀ ਹੁੰਦੀ ਤਾਂ ਕੋਈ ਤਾਕਤ ਇਸ ਨੂੰ ਪਾੜ ਨਹੀਂ ਸੀ ਸਕਦੀ ਅਤੇ ਇਹਨਾਂ ਦੇ ਕਾਰਜ ਵਿੱਚ ਵਿਘਨ ਨਹੀਂ ਸੀ ਪਾ ਸਕਦੀ। ਫਿਰ ਸੰਤ ਜੀ ਨੇ ਕਿਹਾ, ਗਿਆਨੀ ਸਿੰਘ ਜੀ, ਜੇ ਆਪ ਸਾਬੋ ਦੀ ਤਲਵੰਡੀ ਦਮਦਮੇ ਸਾਹਿਬ ਆ ਕੇ ਸੰਗਤਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾਵੋ ਤਾਂ ਪਰਉਪਕਾਰ ਹੋਵੇਗਾ। ਇਸ ਵਿਚਾਰ ਦੇ ਮੁਤਾਬਕ 5 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਹੋਈ, ਜੋ 26 ਮਾਰਚ ਸੰਨ 1926 ਈਸਵੀ ਨੂੰ ਸੰਪੂਰਨ ਹੋਈ। ਇੱਕ ਦਿਨ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ, ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੀਵ ਚੰਦਰਮਾ ਦੀ ਕਿਰਨ ਦੁਆਰਾ ਧਰਤੀ ਤੇ ਆ ਕੇ ਜਾਂ ਬੱਦਲ ਦੀ ਤਾਰ ਦੁਆਰਾ ਧਰਤੀ ਤੇ ਆ ਕੇ ਅਨਾਜ ਰੂਪ ਹੋ ਜਾਂਦਾ ਹੈ, ਫਿਰ ਇਸ ਤੇ ਇਸਤਰੀ ਪੁਰਖਾਂ ਦੇ ਖਾਣੇ ਤੇ ਰਤ ਜਾਂ ਧਾਤ ਰੂਪ ਹੋ ਕੇ ਦੇਹਾਕਾਰ ਹੁੰਦਾ ਹੈ। ਇਸ ਬਾਰੇ ਵਿਚਾਰ ਦੱਸੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਗਿਆਨੀ ਸੁੰਦਰ ਸਿੰਘ ਜੀ, ਜਿਵੇਂ ਆਕਾਸ਼ ਸਾਰੇ ਸਥਾਨਾਂ ਵਿੱਚ ਹੈ, ਪਰ ਜਿੱਥੇ ਕੰਧਾਂ ਕੱਢ ਕੇ ਛੱਤ ਦੇਈਏ ਉੱਥੇ ਉਸ ਦਾ ਨਾਮ ਮਟਾਕਾਸ਼ ਪੈ ਜਾਂਦਾ ਹੈ। ਐਸੇ ਹੀ ਅਵਿਨਾਸ਼ੀ ਅਕਾਲ ਪੁਰਖ ਸਾਰੇ ਵਿਆਪਕ ਹਨ। ਰਕਤ ਬਿੰਦ ਵੀ ਉਸੇ ਦੇ ਆਸਰੇ ਕਾਇਮ ਹੈ। ਜਦੋਂ ਦੇਹ ਬਣ ਜਾਂਦੀ ਹੈ, ਇਸ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਹੀ ਖਾਲਕ ਅਕਾਲ ਪੁਰਖ ਹੈ। ਸਾਰੇ ਵਿਆਪਕ ਹੋਣ ਕਰਕੇ ਕਿਤੋਂ ਆਉਂਦਾ ਨਹੀਂ, ਕੇਵਲ ਦੇਹੀ ਬਣਨ ਕਰਕੇ ਜੀਵ ਨਾਮ ਪੈ ਜਾਂਦਾ ਹੈ। ਫਿਰ ਇੱਕ ਦਿਨ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਅਭਿਆਸ ਦਾ ਜ਼ਿਕਰ ਕਰਦੇ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਮਿਹਰ ਹੋਵੇ ਤਾਂ ਇੱਕ ਰਸ ਸਿਮਰਨ ਕਰਕੇ ਹੀ ਆਪਣੇ ਆਪ ਅਗਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਨੁੱਖ ਨੂੰ ਕੇਵਲ ਇੱਕ ਰਸ ਹੋ ਕੇ ਸਿਮਰਨ ਦਾ ਅਭਿਆਸ ਹੀ ਕਰਨਾ ਚਾਹੀਦਾ ਹੈ। ਤੇ ਸੰਤ ਜੀ ਨੇ ਫਰਮਾਇਆ, ਇਹ ਠੀਕ ਹੈ। ਪਹਿਲੋਂ ਆਦਮੀ ਉੱਚੀ ਉੱਚੀ ਸਿਮਰਨ ਕਰਦਾ ਗੁਰਬਾਣੀ ਪੜ੍ਹਦਾ ਹੈ, ਇਸ ਤਰ੍ਹਾਂ ਉਸ ਦੀ ਬਿਰਤੀ ਇਕਾਗਰ ਹੁੰਦੀ ਹੈ। ਉਸ ਦੇ ਪਿੱਛੋਂ ਹੌਲੀ ਹੌਲੀ ਸਿਮਰਨ ਨਾਲ ਵੀ ਇਕਾਗਰ ਅਵਸਥਾ ਰਹਿੰਦੀ ਹੈ। ਫਿਰ ਬੁੱਲ ਨਹੀਂ ਹਿਲਦੇ, ਇਕੱਲੀ ਜੀਭ ਹੀ ਨਾਮ ਅਭਿਆਸ ਕਰਦੀ ਰਹਿੰਦੀ ਹੈ। ਕੁਝ ਸਮਾਂ ਪਾ ਕੇ ਜੀਭ ਵੀ ਹਿੱਲਣੋਂ ਹਟ ਜਾਂਦੀ ਹੈ, ਫਿਰ ਕੰਠ ਵੀ ਹਟ ਜਾਂਦਾ ਹੈ ਅਤੇ ਸਦਾ ਤਾਰ ਲਿਵ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ। ਹਰ ਇੱਕ ਰੋਮ ਵਿੱਚੋਂ ਵਾਹਿਗੁਰੂ ਦੀ ਧੁਨੀ ਸੁਣਦੀ ਹੈ, ਇੱਥੋਂ ਤੱਕ ਕਿ ਸਾਰਾ ਸੰਸਾਰ ਹੀ ਤੇ ਹਰ ਸ਼ੈ ਵਾਹਿਗੁਰੂ ਅਲਾਪ ਦੀ ਸੁਣਦੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਦੁਨੀਆ ਦੇ ਵਿਚਾਰਾਂ ਵਿੱਚ ਉਹ ਪੁਰਸ਼ ਉਪਰਾਮ ਬਿਰਤੀ ਨਾਲ ਵਿਚਰਦਾ ਹੈ। ਇੱਕ ਵੇਰਾ ਸੰਤ ਗਿਆਨੀ ਸੁੰਦਰ ਸਿੰਘ ਜੀ ਜਦੋਂ ਮਸਤੂਆਣੇ ਆਏ ਤਾਂ ਪਰਸਪਰ ਬ੍ਰਹਮ ਵਿਚਾਰ ਕਰਦਿਆਂ ਹੋਇਆਂ ਸੰਤ ਜੀ ਮਹਾਰਾਜ ਨੇ ਬਚਨ ਕੀਤੇ, ਗਿਆਨੀ ਸੁੰਦਰ ਸਿੰਘ ਜੀ, ਅਸੀਂ ਤਾਂ ਗੁਰੂ ਮੰਤਰ ਦੇ ਆਸਰੇ ਚਿੰਤਨ ਤੋਂ ਅਚਿੰਤ ਹੁੰਦੇ ਹੋਏ ਆਪਣੇ ਨਿੱਜੀ ਸਰੂਪ ਵਿੱਚ ਬਿਰਤੀ ਲੀਨ ਦਾ ਤਰੀਕਾ ਕਰਦੇ ਹਾਂ, ਔਰ ਹੋਰ ਤੁਸੀਂ ਬਲੀ ਪੁਰਖ ਗਿਆਨ ਆਸਰੇ ਮਨ ਨੂੰ ਚਿੰਤ ਕਰਕੇ ਸਵੈ ਅਨੁਭਵ ਪ੍ਰਕਾਸ਼ ਸਰੂਪ ਵਿੱਚ ਲੀਨ ਹੋ ਜਾਂਦੇ ਹੋ। ਸੰਤ ਗਿਆਨੀ ਸਿੰਘ ਜੀ ਨੇ ਕਿਹਾ ਕਿ ਮਹਾਰਾਜ ਆਪ ਜੀ ਦਾ ਜੋ ਗੁਰੂ ਮੰਤਰ ਕਰਕੇ ਨਿਰਾਧਾਰ ਹੋਣ ਦਾ ਤਰੀਕਾ ਹੈ, ਇਹੋ ਸੋਹਣਾ ਤੇ ਉੱਤਮ ਹੈ। ਗੁਰਮਤੇ ਹੁੰਦਿਆਂ ਸਾਰ ਹੀ ਪ੍ਰੇਮੀ ਮੋਟਰ ਦਾ ਪ੍ਰਬੰਧ ਕਰਨ ਲਈ ਸ਼੍ਰੀਨਗਰ ਚਲੇ ਗਏ ਅਤੇ ਰਾਵਲਪਿੰਡੀ ਤਿੱਕਰ ਇੱਕ ਪ੍ਰੇਮੀ ਦੀ ਲਾਰੀ ਕਿਰਾਏ ਤੇ ਕਰ ਲਈ। ਦੂਜੇ ਹੀ ਦਿਨ ਸਵੇਰੇ ਹੀ ਆਸਾ ਜੀ ਦੀ ਵਾਰ ਦੇ ਭੋਗ ਆਪਣੇ ਡੇਰੇ ਤੇ ਪਾ ਜਲ ਪਾਣੀ ਛਕ ਸੰਤ ਜੀ ਆਪਣੇ ਜਥੇ ਸਮੇਤ ਲਾਰੀ ਵਿੱਚ ਸਵਾਰ ਹੋ ਗਏ ਅਤੇ ਸਿੱਧਾ ਦੁਮੇਲ ਆ ਕੇ ਦਮ ਲਿਆ। ਇੱਥੇ ਥੋੜ੍ਹਾ ਜਿਹਾ ਪ੍ਰਸ਼ਾਦ ਛਕ ਫਿਰ ਟੁਰ ਪਏ ਅਤੇ ਸ਼ਾਮ ਦੇ ਵੇਲੇ ਦਰਿਆਏ ਜੇਹਲਮ ਤੋਂ ਪਾਰ ਖੱਟੀਆਂ ਉੱਤੇ ਇੱਕ ਚੁਬਾਰੇ ਵਿੱਚ ਵਿਸ਼ਰਾਮ ਕੀਤਾ। ਇੱਥੋਂ ਸਿੱਧਾ ਰਾਵਲਪਿੰਡੀ ਦੇ ਸਟੇਸ਼ਨ ਤੇ 11 ਕੁ ਵਜੇ ਪੁੱਜ ਗਏ ਅਤੇ ਵੇਟਿੰਗ ਰੂਮ ਵਿੱਚ ਸੱਜ ਗਏ। ਕਿਸੇ ਗੁਰੂ ਦੇ ਸਿੱਖ ਨੇ ਸ਼ਹਿਰ ਵਿੱਚ ਸੰਤ ਜੀ ਮਹਾਰਾਜ ਦੇ ਆਉਣ ਦੀ ਖਬਰ ਜਾ ਦਿੱਤੀ ਅਤੇ ਇਹ ਸੰਗਤਾਂ ਵਿੱਚ ਤਾਰ ਵਾਂਗੂ ਫਿਰ ਗਈ। ਮਲਕ ਮੋਹਨ ਸਿੰਘ ਬਹੁਤ ਸਾਰੇ ਪ੍ਰੇਮੀਆਂ ਸਹਿਤ ਦਰਸ਼ਨ ਕਰਨ ਲਈ ਸੰਤ ਜੀ ਮਹਾਰਾਜ ਪਾਸ ਸਟੇਸ਼ਨ ਤੇ ਆ ਪੁੱਜੇ ਅਤੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕੁਝ ਦਿਨ ਠਹਿਰ ਕੇ ਰਾਵਲਪਿੰਡੀ ਦੀ ਸੰਗਤ ਨੂੰ ਨਿਹਾਲ ਕਰੋ। ਸੰਤ ਜੀ ਮਹਾਰਾਜ ਨੇ ਨਾ ਕਰ ਦਿੱਤੀ। ਅੱਗੇ ਕਿਸੇ ਪ੍ਰੇਮੀ ਦੀ ਐਸੀ ਧੂ ਪੈ ਰਹੀ ਸੀ ਕਿ ਉਹ ਸੰਤ ਜੀ ਮਹਾਰਾਜ ਨੂੰ ਅਟਕਣ ਨਹੀਂ ਸੀ ਦਿੰਦੀ, ਪਰ ਨਿਸ਼ਾਂਤ ਬਾਗ ਦੀ ਖੇਡ ਵਾਂਗੂ ਇਸ ਦੀ ਗਤੀ ਸੰਤ ਜੀ ਮਹਾਰਾਜ ਹੀ ਜਾਣਦੇ ਸਨ।
ਗੁਰਮਤਾ ਇਹ ਹੋਇਆ ਕਿ ਭਾਈ ਅਸੀਂ ਦੁਪਹਿਰ ਦੀ ਗੱਡੀ ਨਹੀਂ ਚੜ੍ਹਦੇ, ਤੁਹਾਡਾ ਪ੍ਰੇਮ ਲੈਣ ਲਈ ਪ੍ਰਸਾਦ ਛਕ ਸਟੇਸ਼ਨ ਦੇ ਨਾਲ ਸਰਾਂ ਵਿੱਚ ਆਰਾਮ ਕਰਦੇ ਹਾਂ। ਸ਼ਾਮ ਦੀ ਗੱਡੀ ਇੱਥੋਂ ਤੁਰ ਪਵਾਂਗੇ। ਜਿਨ੍ਹਾਂ ਮਾਈਆਂ ਤੇ ਭਾਈਆਂ ਨੂੰ ਦਰਸ਼ਨ ਦਾ ਪ੍ਰੇਮ ਹੈ ਉਹਨਾਂ ਨੂੰ ਕੁਝ ਸਮਾਂ ਮਿਲ ਜਾਵੇਗਾ। ਆਰਾਮ ਕਰ ਸੰਗਤਾਂ ਨੂੰ ਦਰਸ਼ਨ ਦੇ। ਸ਼ਾਮ ਦੇ ਵੇਲੇ ਸੰਤ ਜੀ ਜਥੇ ਸਮੇਤ ਗੱਡੀ ਤੇ ਸਵਾਰ ਹੋ ਗਏ ਅਤੇ ਗੁਰਮਤਾ ਇਹ ਹੋਇਆ ਕਿ ਇੱਕ ਦਿਨ ਗੁਜਰਾਂ ਵਾਲੇ ਮਲਕ ਹਰਦਿੱਤ ਸਿੰਘ ਪਾਸ ਠਹਿਰ ਕੇ ਅੱਗੇ ਚੱਲਾਂਗੇ। ਮਲਕ ਮੋਹਨ ਸਿੰਘ ਨੇ ਆਪਣੇ ਲੜਕੇ ਨੂੰ ਤਾਰ ਦੇ ਦਿੱਤੀ ਅਤੇ ਉਹ ਸਟੇਸ਼ਨ ਤੇ ਮੋਟਰ ਲੈ ਕੇ ਆਇਆ ਤੇ ਸੰਤ ਜੀ ਮਹਾਰਾਜ ਨੂੰ ਆਪਣੀ ਕੋਠੀ ਬੜੇ ਪ੍ਰੇਮ ਨਾਲ ਲੈ ਗਿਆ। ਸ਼ਾਮ ਅਤੇ ਦੂਜੀ ਸਵੇਰ ਦਾ ਉੱਥੇ ਹੀ ਦੀਵਾਨ ਸੱਜਿਆ। ਦਾਸ ਦੇ ਚਿੱਤ ਵਿੱਚ ਆਪਣੀ ਮਾਤਾ ਅਤੇ ਪਰਿਵਾਰ ਨੂੰ ਮਿਲਣ ਦੀ ਖਿੱਚ ਸ਼੍ਰੀਨਗਰ ਹੀ ਪੈਦਾ ਹੋ ਚੁੱਕੀ ਸੀ। ਖਿਆਲ ਸੀ ਕਿ ਸੰਤ ਜੀ ਦਾਸ ਦੀ ਕੁਟੀਆ ਡੇਰਾ ਕਰਨਗੇ ਅਤੇ ਸਹਿ ਸੁਭਾਏ ਦਰਸ਼ਨ ਮੇਲਾ ਹੋ ਜਾਏਗਾ। ਪਰ ਸੰਤ ਜੀ ਮਹਾਰਾਜ ਦਾ ਆਸ਼ਾ ਦਾਸ ਨੂੰ ਇਸ ਪੌੜੀ ਤੇ ਚੜ੍ਹਨ ਦਾ ਸੀ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਗੁਜਰਾਂ ਵਾਲੇ ਉਤਰਨ ਦਾ ਤਾਂ ਦਾਸ ਦਾ ਸੰਕਲਪ ਪੂਰਾ ਕਰ ਦਿੱਤਾ, ਪਰ ਮਲਕ ਹਰਦਿੱਤ ਸਿੰਘ ਦੀ ਕੋਠੀ ਡੇਰਾ ਕਰਕੇ ਦਾਸ ਨੂੰ ਇਸ਼ਾਰਾ ਕਰ ਦਿੱਤਾ ਕਿ ਭਾਈ ਮੋਹ ਤੋੜਿਆ ਹੀ ਲੋੜੀਏ। ਇਹ ਗੁੱਝੀ ਰਮਜ ਸਮਝ ਬੜੀ ਡਾਢੀ ਖਿੱਚ ਹੁੰਦਿਆਂ ਸੁਣਦਿਆਂ ਵੀ ਦਾਸ ਗੁਜਰਾਂ ਵਾਲੇ ਵਿੱਚ ਨਾ ਵੜਿਆ। ਦੂਜੇ ਦਿਨ ਗੱਡੀ ਚੜ੍ਹ ਸੰਤ ਅੰਮ੍ਰਿਤਸਰ ਸਾਹਿਬ ਪੁੱਜ ਗਏ ਅਤੇ ਸਿੱਧਾ ਦਰਬਾਰ ਸਾਹਿਬ ਗਏ। ਸ਼ਾਮ ਦੇ ਦੀਵਾਨ ਦੇ ਮਗਰੋਂ ਸੰਤ ਜੀ ਮਹਾਰਾਜ ਦੇ ਆਸ਼ੇ ਅਨੁਸਾਰ ਰਾਮਸਰ ਸਰੋਵਰ ਦੇ ਪਾਸੇ ਸ਼ਹਿਰ ਤੋਂ 2 ਕੁ ਮੀਲ ਨਹਿਰ ਤੋਂ ਪਾਰ ਇੱਕ ਕੁਟੀਆ ਵਿੱਚ ਮਹਾਰਾਜ ਜੀ ਦਾ ਆਸਣ ਕਰਾਇਆ ਗਿਆ। ਇਹ ਕੁਟੀਆ ਸ਼ਹਿਰ ਦੇ ਇੱਕ ਸਹਿਜਧਾਰੀ ਪ੍ਰੇਮੀ ਨੇ ਸਾਧੂਆਂ ਦੇ ਆਰਾਮ ਲਈ ਬਣਾਈ ਹੋਈ ਸੀ। ਜਦ ਡੇਰੇ ਤੇ ਪੁੱਜੇ ਤਦ ਭਾਈ ਰਾਮ ਸਿੰਘ ਗੜਵਈ ਨੇ ਆਖਿਆ, ਸੱਚੇ ਪਾਤਸ਼ਾਹ ਹਜ਼ੂਰ ਦੀਆਂ ਚਾਦਰਾਂ ਦਾ ਜੋੜਾ ਅਤੇ ਹੋਰ ਗਰਮ ਕੱਪੜਿਆਂ ਦੀ ਗਠੜੀ ਗੱਡੀ ਵਿੱਚ ਰਹਿ ਗਈ ਹੈ। ਇੱਕ ਪ੍ਰੇਮੀ ਵਿੱਚੋਂ ਬੋਲ ਉੱਠਿਆ ਕਿ ਲਾਹੌਰ ਤਾਰ ਦੇ ਦਿੱਤੀ ਜਾਵੇ, ਸ਼ਾਇਦ ਸਮਾਨ ਲੱਭ ਹੀ ਜਾਵੇ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤਾਰ ਕੀ ਦੇਣੀ ਹੈ, ਕੋਈ ਲੋੜਵੰਦ ਪ੍ਰੇਮੀ ਵਰਤ ਲਵੇਗਾ। ਦੂਜੇ ਦਿਨ ਸੰਤ ਜੀ ਮਹਾਰਾਜ ਦੇ ਆਉਣ ਦਾ ਪ੍ਰੇਮੀਆਂ ਨੂੰ ਪਤਾ ਲੱਗ ਗਿਆ। ਸ਼ਾਮ ਦੇ ਵੇਲੇ ਜਦ ਸੰਤ ਜੀ ਮਹਾਰਾਜ ਆਰਾਮ ਕਰਕੇ ਬਾਹਰ ਨਿਕਲੇ ਤਦ ਮਾਸਟਰ ਸ਼ੰਕਰ ਸਿੰਘ ਖਾਲਸਾ ਕਾਲਜ ਤੋਂ ਕੁਝ ਹੋਰ ਪ੍ਰੇਮੀਆਂ ਸਮੇਤ ਦਰਸ਼ਨ ਲਈ ਆਏ। ਬੜੇ ਪ੍ਰੇਮ ਅਤੇ ਵਿਚਾਰ ਦੇ ਬਚਨ ਹੁੰਦੇ ਰਹੇ। ਫਿਰ ਮਾਸਟਰ ਸ਼ੰਕਰ ਸਿੰਘ ਨੇ ਬੜੇ ਪ੍ਰੇਮ ਅਤੇ ਵੈਰਾਗ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸੰਤ ਤੇਜਾ ਸਿੰਘ ਤੋਂ ਨੌਕਰੀ ਛੁਡਾਈ ਹੈ ਮੇਰੀ ਵੀ ਛੁਡਾ ਦਿਓ। ਸੰਤ ਜੀ ਮਹਾਰਾਜ ਨੇ ਹੱਸ ਕੇ ਫਰਮਾਇਆ, ਭਾਈ ਉਜਾੜਿਆ ਇੱਕ ਹੀ ਬਤੇਰਾ ਹੈ, ਵਕਤ ਆਏ ਤੇ ਤੁਹਾਡੀ ਨੌਕਰੀ ਵੀ ਆਪ ਹੀ ਛੁੱਟ ਜਾਏਗੀ। ਇਸ ਦੇ ਮਗਰੋਂ 7 ਕੁ ਵਜੇ ਭਗਤ ਜਸਵੰਤ ਸਿੰਘ ਅਤੇ ਹੋਰ ਪ੍ਰੇਮੀ ਦਰਸ਼ਨ ਕਰਨ ਲਈ ਆਏ ਅਤੇ ਘੰਟਾ ਕੁ ਗੱਲਬਾਤ ਕਰਕੇ ਚਲੇ ਗਏ। ਫਿਰ ਸੰਤ ਜੀ ਮਹਾਰਾਜ ਨੇ ਪ੍ਰਸ਼ਾਦ ਛਕਿਆ ਅਤੇ ਆਪਣੇ ਨੇਮ ਅਨੁਸਾਰ ਸਾਧ ਸੰਗਤ ਨੂੰ ਦਰਸ਼ਨ ਦੇਣ ਅਤੇ ਗੱਲਬਾਤ ਕਰਨ ਲਈ ਆਪਣੇ ਆਸਣ ਤੇ ਸੱਜ ਗਏ। 9 ਕੁ ਵਜੇ ਇੱਕ ਅਸਚਰਜ ਕੌਤਕ ਵਰਤਿਆ। ਕੁਝ ਸਿੰਧੀ ਮਾਈ ਭਾਈ ਇੱਕ ਬਿਰਧ ਨੇਤਰਾਂ ਤੋਂ ਹੀਨ ਪ੍ਰੇਮੀ ਭਾਈ ਆਤਮਾ ਸਿੰਘ ਨੂੰ ਬਾਂਹ ਫੜੀ ਪੌੜੀਆਂ ਚੜ੍ਹਾ ਸੰਤ ਜੀ ਮਹਾਰਾਜ ਦੇ ਚੁਬਾਰੇ ਵਿੱਚ ਲੈ ਆਏ ਅਤੇ ਇਸ ਦਾ ਮਸਤਕ ਮਹਾਰਾਜ ਦੇ ਚਰਨਾਂ ਤੇ ਧਰ ਦਿੱਤਾ। ਚਰਨ ਕਮਲਾਂ ਦੀ ਛੋਹ ਨਾਲ ਹਿਰਦੇ ਵਿੱਚ ਕੋਈ ਐਸੀ ਵੈਰਾਗ ਅਤੇ ਪ੍ਰੇਮ ਦੀ ਲਹਿਰ ਚੱਲੀ ਕਿ ਇਸ ਨੇ ਚਰਨ ਛੱਡੇ ਹੀ ਨਹੀਂ। ਹੰਝੂ ਵਹਾ ਕੇ ਨੇਤਰਾਂ ਦੀ ਜਲ ਧਾਰਾ ਨਾਲ ਚਰਨਾਂ ਨੂੰ ਧੋ ਦਿੱਤਾ। ਸੰਤ ਜੀ ਮਹਾਰਾਜ ਨੇ ਬੜਾ ਹੌਸਲਾ ਦਿੱਤਾ ਤੇ ਪ੍ਰੇਮ ਨਾਲ ਇਸ ਨੂੰ ਸਾਵਧਾਨ ਹੋਣ ਲਈ ਆਖਿਆ, ਪਰ ਵੈਰਾਗ ਠੱਲੀਏ ਨਹੀਂ। ਸਾਰੀ ਸੰਗਤ ਵਿੱਚ ਅਦੁੱਤੀ ਇਸ਼ਕ ਦੇ ਵੈਰਾਗ ਦਾ ਸਨਾਟਾ ਛਾ ਗਿਆ। ਸਭ ਦੇ ਹਿਰਦੇ ਦਰਵ ਗਏ ਤੇ ਆਪਣੇ ਆਪਣੇ ਦਿਲਾਂ ਵਿੱਚ ਪੁੱਛਣ ਲੱਗੇ ਕਿ ਵਾਹਿਗੁਰੂ, ਅਜਿਹੇ ਕਲਯੁਗ ਤੇ ਮਗਰਬੀ ਤਹਿਜ਼ੀਬ ਦੇ ਦੱਬੇ ਹੋਏ ਸਮੇਂ ਵਿੱਚ ਅਜਿਹੇ ਪ੍ਰੇਮ ਦਾ ਪਾਤਰ ਕਿੱਥੋਂ ਆ ਗਿਆ। ਕੁਝ ਚਿਰ ਮਗਰੋਂ ਭਾਈ ਆਤਮਾ ਸਿੰਘ ਸੰਭਲ ਗਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹਜ਼ੂਰ ਦੇ ਦਰਸ਼ਨ ਦੀ ਕੂਕਰ ਦੇ ਦਿਲ ਵਿੱਚ ਬਹੁਤ ਚਿਰ ਦੀ ਤਾਂਘ ਸੀ। ਸਤਿਗੁਰੂ ਅੱਗੇ ਅਰਦਾਸ ਸੀ ਕਿ ਇਸ ਛਿਣ ਭੰਗੁਰ ਸਰੀਰ ਤੇ ਛੁੱਟਣ ਤੋਂ ਪਹਿਲਾਂ ਸੰਤ ਜੀ ਮਹਾਰਾਜ ਦੇ ਦੀਦਾਰ ਹੋ ਜਾਵਣ। ਇਸ ਖਿੱਚ ਦਾ ਪੱਦਾ ਮੈਂ ਕੁਝ ਦਿਨ ਹੋਏ ਅੰਮ੍ਰਿਤਸਰ ਸਾਹਿਬ ਪੁੱਜਾ। ਦਿਨ ਰਾਤ ਇਹੋ ਤਾਂਘ ਲੱਗੀ ਰਹਿੰਦੀ ਸੀ ਕਿ ਕਦ ਉਹ ਸਮਾਂ ਆਵੇ ਜਦ ਮੈਂ ਆਪਣਾ ਸੀਸ ਚਰਨਾਂ ਤੇ ਧਰਾਂ। ਧੰਨ ਹੋ ਆਪ ਜਿਨ੍ਹਾਂ ਨੇ ਮੇਰੇ ਅਨਾਥ ਦੇ ਹਿਰਦੇ ਦੀ ਤਾਰ ਨੂੰ ਬੁੱਝ ਕੇ ਅਸ਼ੋਪ ਹੀ ਇੱਥੇ ਪਹੁੰਚੇ ਦਰਸ਼ਨ ਦਾ ਸਮਾਂ ਬਖਸ਼ਿਆ ਹੈ। ਹੁਣ ਮੇਰੇ ਚਿੱਤ ਦੀ ਮੁਰਾਦ ਪੂਰੀ ਹੋ ਗਈ ਹੈ।
ਮੈਂ ਆਪਣਾ ਅੰਤਲਾ ਸਮਾਂ ਹਜ਼ੂਰ ਦੇ ਉਪਦੇਸ਼ ਅਨੁਸਾਰ ਸ਼ਬਦ ਸੂਰਤ ਨੂੰ ਇੱਕ ਕਰਨ ਵਿੱਚ ਬਤੀਤ ਕਰਾਂਗਾ। ਸੰਤ ਜੀ ਮਹਾਰਾਜ ਨੇ ਇਸ ਨੂੰ ਪੂਰੀ ਧੀਰਜ ਬੰਦਾਈ ਤੇ ਇਸ ਦੀ ਪਿਛਲੀ ਅਟੁੱਟ ਸੇਵਾ ਦਾ ਬਿਰਤਾਂਤ ਸੰਗਤ ਨੂੰ ਆਪਣੇ ਮੁਖਾਰਬਿੰਦ ਤੋਂ ਸੁਣਾਇਆ ਤੇ ਆਖਿਆ ਕਿ ਭਾਈ ਆਤਮਾ ਸਿੰਘ ਸਾਡੇ ਪੁਰਾਣੇ ਪ੍ਰੇਮੀ ਹਨ। ਸਤਿਗੁਰੂ ਦੀ ਕਿਰਪਾ ਨਾਲ ਇਹਨਾਂ ਦਾ ਇਸ਼ਕ ਅਖੀਰਲੀ ਉਮਰ ਤੱਕ ਨਿਭ ਗਿਆ ਹੈ। ਜਦ ਭਾਈ ਆਤਮਾ ਸਿੰਘ ਤੇ ਉਹਨਾਂ ਦੇ ਸਾਥੀ ਤੁਰ ਗਏ ਤਦ ਭਾਈ ਸ਼ੰਕਰ ਸਿੰਘ ਨੂੰ ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ ਕਿ ਸਾਡੇ ਵਾਸਤੇ ਟਾਂਗੇ ਮੰਗਵਾ ਲਓ, ਅਸੀਂ ਹੁਣੇ ਹੀ ਪਹਿਲੀ ਗੱਡੀ ਅੰਮ੍ਰਿਤਸਰ ਸਾਹਿਬ ਤੋਂ ਟੁਰ ਪੈਣਾ ਹੈ। ਕਾਨਫਰੰਸ ਸੰਬੰਧੀ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਪ੍ਰੇਮੀਆਂ ਵਿੱਚ ਕੁਝ ਦਵੈਤ ਹੀ ਅੱਗ ਪ੍ਰਜਵਲਿਤ ਹੈ, ਸਾਡਾ ਇਸ ਵਿੱਚ ਸ਼ਾਮਿਲ ਹੋਣਾ ਠੀਕ ਨਹੀਂ। ਇਸ ਕਾਰਜ ਲਈ ਸਤਿਗੁਰ ਨੇ ਲਿਆਂਦਾ ਸੀ ਉਹ ਪੂਰਾ ਹੋ ਗਿਆ। ਇਹ ਸੁਣ ਕੇ ਸੰਤ ਤੇਜਾ ਸਿੰਘ ਨੂੰ ਸਮਝ ਆਈ ਕਿ ਸੰਤ ਜੀ ਮਹਾਰਾਜ ਨੂੰ ਵਾਹੋ ਦਾਹੀ ਅੰਮ੍ਰਿਤਸਰ ਲਿਆਉਣ ਦਾ ਅਸਲ ਕਾਰਨ ਭਾਈ ਆਤਮਾ ਸਿੰਘ ਜੀ ਦੇ ਪ੍ਰੇਮ ਦੀ ਖਿੱਚ ਸੀ। ਟਾਂਗੇ ਆਉਂਦਿਆਂ ਤਿਕਰ ਜਥੇ ਦੇ ਸ਼ਰੀਰਾਂ ਨੇ ਆਪਣਾ ਆਪਣਾ ਸਮਾਨ ਲੈ ਲਿਆ। ਫਿਰ ਟਾਂਗਿਆਂ ਤੇ ਸਵਾਰ ਹੋ ਕੇ ਸਟੇਸ਼ਨ ਤੇ ਪੁੱਜ ਗਏ। ਇੱਥੇ ਮਾਸਟਰ ਸ਼ੰਕਰ ਸਿੰਘ ਜੀ ਨੇ ਸੰਤ ਜੀ ਮਹਾਰਾਜ ਅਤੇ ਜਥੇ ਲਈ ਕੁੱਪ ਸਟੇਸ਼ਨ ਦੇ ਟਿਕਟ ਲੈ ਆਂਦੇ। ਗੱਡੀ 1 ਵਜੇ ਲੁਧਿਆਣੇ ਪਹੁੰਚੀ। ਧੂਰੀ ਦੀ ਗੱਡੀ 6 ਵਜੇ ਤੁਰਦੀ ਸੀ। ਗੱਡੀਓਂ ਉਤਰ ਕੇ ਇੱਕ ਪਾਸੇ ਰੋੜਾਂ ਤੇ ਆਸਨ ਵਿਛਾ ਸੰਤ ਜੀ ਮਹਾਰਾਜ ਭੁੰਜੇ ਹੀ ਲੇਟ ਗਏ। ਜਥੇ ਵਾਲੇ ਵੀ ਕੁਝ ਚਿਰ ਲਈ ਬਿਰਾਜ ਗਏ। ਦੋ ਪ੍ਰੇਮੀਆਂ ਨੇ ਵਾਰੀ ਵਾਰੀ ਪਹਿਰਾ ਦਿੱਤਾ। ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਗੱਡੀ ਚੜ੍ਹ ਗਏ ਤੇ 8 ਵਜੇ ਦੇ ਕਰੀਬ ਕੁੱਪ ਜਾ ਉਤਰੇ। ਇੱਥੋਂ ਟਾਂਗੇ ਲੈ ਬਾਲੇਵਾਲ ਪੁੱਜੇ। ਕੁਝ ਦਿਨ ਸੰਤ ਜੀ ਮਹਾਰਾਜ ਨੇ ਆਰਾਮ ਕੀਤਾ। ਸਵੇਰ ਸ਼ਾਮ ਪਿੰਡ ਦੇ ਗੁਰਦੁਆਰੇ ਵਿੱਚ ਕੀਰਤਨ ਹੁੰਦਾ। ਪਿੰਡ ਦੇ ਮਾਈ ਭਾਈ ਬੜੇ ਉਤਸ਼ਾਹ ਨਾਲ ਸ਼ਬਦ ਕੀਰਤਨ ਵਿੱਚ ਹਿੱਸਾ ਲੈਂਦੇ ਤੇ ਸੰਤ ਜੀ ਮਹਾਰਾਜ ਦੀ ਟਹਿਲ ਕਰਦੇ। ਇੱਕ ਦਿਨ ਗੁਰਸਾਗਰ ਸਾਹਿਬ ਮਸਤੂਆਣੇ ਤੋਂ ਪ੍ਰੇਮੀ ਨੇ ਆਖ ਸੁਣਾਇਆ ਕਿ ਮਹਾਰਾਜ ਜੀ, ਅਕਾਲ ਕਾਲਜ ਦਾ ਕੰਮ ਕੁਝ ਨਰਮ ਹੈ, ਆਪ ਕੁਝ ਉਪਾਏ ਕਰੋ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਭਾਈ ਅਸਥਾਨ ਪੰਥ ਦੇ ਸੁਪੁਰਦ ਕਰ ਚੁੱਕੇ ਹਾਂ, ਹੁਣ ਖਾਲਸੇ ਜੀ ਦਾ ਕੰਮ ਹੈ ਕਿ ਇਹਦੀ ਸੰਭਾਲ ਕਰੇ। ਇਸ ਉੱਤਰ ਮਗਰੋਂ ਪ੍ਰੇਮੀ ਨੇ ਬਹੁਤ ਜ਼ੋਰ ਦਿੱਤਾ ਪਰ ਸੰਤ ਜੀ ਮਹਾਰਾਜ ਕੁਝ ਨਾ ਬੋਲੇ, ਚੁੱਪ ਕੀਤੇ ਹੀ ਸੁਣੀ ਗਏ। ਦੂਜੇ ਦਿਨ ਪ੍ਰੇਮੀ ਤਾਂ ਆਪਣੀ ਬੇਨਤੀ ਕਰਕੇ ਚਲਾ ਗਿਆ ਪਰ ਉਸ ਦੀ ਬੇਨਤੀ ਸੰਤ ਜੀ ਮਹਾਰਾਜ ਦੇ ਹਿਰਦੇ ਤੇ ਅਸਰ ਕਰ ਗਈ। 2 ਕੁ ਦਿਨ ਇਸ ਗੱਲ ਤੇ ਆਪਣੇ ਅੰਦਰ ਹੀ ਵਿਚਾਰ ਕਰੀ ਗਏ। ਤੀਜੇ ਦਿਨ ਸੰਤ ਤੇਜਾ ਸਿੰਘ ਨੂੰ ਆਪਣੇ ਪਾਸ ਸੱਦ ਕੇ ਆਖਿਆ ਕਿ ਭਾਈ, ਇਸ ਵੇਲੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਾਰੇ ਪੰਥ ਵਿੱਚ ਉੱਗੀ ਹੈ। ਤੁਸੀਂ ਜਾ ਕੇ ਮਾਸਟਰ ਤਾਰਾ ਸਿੰਘ ਅਤੇ ਹੋਰ ਪ੍ਰੇਮੀਆਂ ਨੂੰ ਮਿਲੋ ਤੇ ਸਾਡੀ ਤਰਫੋਂ ਪ੍ਰੇਰਨਾ ਕਰੋ ਕਿ ਅਕਾਲ ਕਾਲਜ ਦਾ ਕੋਈ ਯੋਗ ਪ੍ਰਬੰਧ ਕਰਨ। ਹੁਕਮ ਮੰਨ ਕੇ ਉੱਥੋਂ ਰਾਤ ਦੀ ਗੱਡੀ ਚੜ੍ਹ ਕੇ ਦਾਸ ਦੂਜੀ ਸਵੇਰ ਅੰਮ੍ਰਿਤਸਰ ਸਾਹਿਬ ਪੁੱਜ ਗਿਆ। ਕੁਝ ਦਿਨ ਮਗਰੋਂ ਬਾਲੇਵਾਲ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਅਕਾਲ ਕਾਲਜ ਦੇ ਸੇਵਕ ਪੁੱਜੇ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ, ਸਕੂਲ ਦੇ ਭੁਜੰਗੀਆਂ ਨੂੰ ਇਨਾਮ ਦੇਣਾ ਹੈ, ਹਜ਼ੂਰ ਇਸ ਸਮੇਂ ਜ਼ਰੂਰ ਹੀ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਇਹਨਾਂ ਦੀ ਅਰਜ਼ ਮੰਨ ਸੰਤ ਜੀ ਗੁਰਸਾਗਰ ਸਾਹਿਬ ਮਸਤੂਆਣਾ ਪੁੱਜੇ ਅਤੇ ਇੱਥੇ ਕੁਝ ਦਿਨ ਸਾਧ ਸੰਗਤ ਨੂੰ ਨਿਹਾਲ ਕੀਤਾ। ਇਨਾਮ ਵੰਡਣ ਵਾਲੇ ਦਿਨ ਭਾਈ ਨਿਰੰਜਨ ਸਿੰਘ ਸਕੱਤਰ ਨੇ ਬਾਬਾ ਅਜੀਤ ਸਿੰਘ ਹਾਲ ਵਿੱਚ ਇਕੱਠ ਦੀ ਤਿਆਰੀ ਕੀਤੀ। ਸਾਰੇ ਫਰਸ਼ ਤੇ ਦਰੀਆਂ ਵਿਛ ਗਈਆਂ ਅਤੇ ਹਾਲ ਦੇ ਥੜੇ ਉੱਤੇ ਪਹਿਲਾਂ ਦਰੀ ਵਿਛਾਈ ਗਈ ਅਤੇ ਫਿਰ ਇੱਕ ਆਰਾਮ ਕੁਰਸੀ ਨੂੰ ਬੜਾ ਹੀ ਸਜਾ ਕੇ ਰੱਖਿਆ ਗਿਆ। ਨਿਯਤ ਸਮੇਂ ਸਾਰਾ ਹਾਲ ਸੰਗਤਾਂ ਭੁਜੰਗੀਆਂ ਅਤੇ ਪਿੰਡਾਂ ਦੇ ਪ੍ਰੇਮੀਆਂ ਨਾਲ ਭਰ ਗਿਆ। ਜਦ ਸੰਤ ਜੀ ਮਹਾਰਾਜ ਆਏ ਤਾਂ ਸਾਰੀ ਸੰਗਤ ਖੜੀ ਹੋ ਗਈ ਅਤੇ ਇੱਕ ਰਸ ਜੈਕਾਰਾ ਬੁਲਾਇਆ। ਭਾਈ ਨਿਰੰਜਨ ਸਿੰਘ ਨੇ ਸੰਤ ਜੀ ਮਹਾਰਾਜ ਨੂੰ ਇਸ ਸ਼ਾਨਦਾਰ ਕੁਰਸੀ ਉੱਤੇ ਸਜਣ ਦੀ ਬੇਨਤੀ ਕੀਤੀ ਪਰ ਸੰਤ ਜੀ ਮਹਾਰਾਜ ਨੇ ਨਾ ਕਰ ਦਿੱਤੀ ਅਤੇ ਕੁਰਸੀ ਨੂੰ ਉਠਵਾ ਸਾਧ ਸੰਗਤ ਨਾਲ ਦਰੀ ਤੇ ਹੀ ਬੈਠ ਗਏ। ਹੁਣ ਇਨਾਮ ਵੰਡਣ ਦੀ ਕਾਰਵਾਈ ਸ਼ੁਰੂ ਹੋ ਗਈ। ਦਰਜਾ ਬਦਰਜਾ ਸਾਰੇ ਇਨਾਮ ਸੰਤ ਜੀ ਮਹਾਰਾਜ ਦੀ ਹੱਥੀਂ ਦਿਵਾਏ ਗਏ। ਇਸ ਦੇ ਮਗਰੋਂ ਭਾਈ ਨਿਰੰਜਨ ਸਿੰਘ ਨੇ ਅਕਾਲ ਹਾਈ ਸਕੂਲ ਦੀ ਸਾਲਾਨਾ ਰਿਪੋਰਟ ਸੁਣਾਈ। ਇਸ ਵਿੱਚ ਅਸਥਾਨ ਦੀ ਦਰਦ ਭਰੀ ਹਾਲਤ ਦਾ ਜ਼ਿਕਰ ਕੀਤਾ ਅਤੇ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਮਦਦ ਦੀ ਬੜੀ ਖਿੱਚਵੀਂ ਅਪੀਲ ਕੀਤੀ। ਸੰਤ ਜੀ ਮਹਾਰਾਜ ਦਾ ਹਿਰਦਾ ਬਹੁਤ ਹੀ ਦਰਵ ਹੋ ਗਿਆ ਪਰ ਮਹਾਰਾਜ ਜੀ ਨੇ ਆਪਣੇ ਮਨ ਦੀ ਗੱਲ ਮਨ ਵਿੱਚ ਹੀ ਰੱਖੀ। ਦੂਜੇ ਦਿਨ ਸ਼ਾਮ ਦੇ ਵੇਲੇ ਸੰਤ ਜੀ ਮਹਾਰਾਜ ਪ੍ਰੇਮੀਆਂ ਦੀ ਬੇਨਤੀ ਮੰਨ ਲੋ ਸ਼ਿਮਲੀ ਜਾਣ ਲਈ ਤਿਆਰ ਹੋ ਗਏ। ਸਰਦਾਰ ਬਲਦੇਵ ਸਿੰਘ ਅਤੇ ਸਰਦਾਰ ਅਜੈਬ ਸਿੰਘ
ਦਾ ਪ੍ਰੇਮ ਲੈਣ ਹਿਤ ਸੰਤ ਜੀ ਰਾਤ ਸੰਗਰੂਰ ਇਹਨਾਂ ਦੀ ਕੋਠੀ ਠਹਿਰੇ। ਗੁਰਮਤਾ ਇਹ ਹੋਇਆ ਕਿ ਸਵੇਰੇ ਜਥਾ ਤਾਂ ਗੱਡੀ ਚੜ੍ਹ ਕੇ ਸਿੱਧਾ ਲੋਹ ਸ਼ਿਮਲੀ ਪੁੱਜ ਜਾਏ ਅਤੇ ਸੰਤ ਜੀ ਮਹਾਰਾਜ ਭਾਈ ਰਾਮ ਸਿੰਘ ਜੀ ਗੜਵਈ ਅਤੇ ਦਾਸ ਸਮੇਤ ਮੋਟਰ ਚੜ੍ਹ ਪਟਿਆਲੇ ਦੇ ਰਸਤੇ ਲੋਹ ਸ਼ਿਮਲੀ ਜਾਣ। ਦੂਜੇ ਦਿਨ ਆਸਾ ਦੀ ਵਾਰ ਦਾ ਦੀਵਾਨ ਕੋਠੀ ਹੀ ਸੱਜਿਆ। ਸੂਰਜ ਚੜ੍ਹਦੇ ਨਾਲ ਹੀ ਭੋਗ ਪੈ ਗਿਆ ਅਤੇ ਟੁਰਨ ਦੀ ਤਿਆਰੀ ਹੋ ਗਈ। ਇਸ ਤੋਂ ਅਗਲੇ ਭਾਗ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਸੇਵਾ ਸੰਤ ਜੀ ਨੇ ਕਿਉਂ ਕਿਹਾ ਸੀ ਕਿ ਸੇਵਾ ਸ਼ਾਨ ਤੋਂ ਉੱਚੀ ਹੈ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ।